ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਅੱਜ ਬਾਸਮਤੀ ਦੀ ਇੱਕ ਨਵੀਂ ਕਿਸਮ ਬਾਰੇ ਗੱਲਬਾਤ ਕਰਾਂਗੇ। ਵੀਡੀਓ ਥੋੜੀ ਲੰਬੀ ਹੈ ਅੱਜ, ਲੇਕਿਨ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਜੋ ਇਸ ਕਿਸਮ ਬਾਰੇ ਆਪਾਂ ਲੈ ਕੇ ਅੱਜ ਤੁਹਾਡੇ ਸਾਹਮਣੇ ਆਏ ਹਾਂ। ਕਿਸਾਨ ਵੀਰੋ ਇਹ ਜਿਹੜੀ ਤੁਸੀਂ ਕਿਸਮ ਦੇਖ ਰਹੇ ਹੋ, ਪੂਸਾ ਸੰਸਥਾਨ ਵੱਲੋਂ ਇਹ ਕਿਸਮ ਨੂੰ ਰਿਲੀਜ਼ ਕੀਤਾ ਗਿਆ ਹੈ। ਪੂਸਾ ਸੰਸਥਾਨ ਦੇ ਵਿਗਿਆਨਿਕਾਂ ਵੱਲੋਂ ਇਸ ਕਿਸਮ ਦੀ ਖੋਜ ਕੀਤੀ ਗਈ ਹੈ ਤੇ ਇਸ ਕਿਸਮ ਦਾ ਨਾਮ ਹੈ ਪੂਸਾ ਬਾਸਮਤੀ 1847। ਕਿਸਾਨ ਵੀਰੋ 1847 ਜਿਹੜੀ ਕਿਸਮ 1509 ਦਾ ਸੁਧਾਰ ਕਰਕੇ ਇਸ ਨੂੰ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1509 ਦਾ ਸੁਧਾਰ ਜਿਹੜਾ ਹੋਇਆ ਉਹ 1692 ਦਾ ਹੋਇਆ। ਵਿਗਿਆਨਿਕਾਂ ਨੂੰ 1692 ਦੇ ਵਿੱਚ ਜੋ ਕਮੀਆਂ ਮਹਿਸੂਸ ਹੋਈਆਂ ਸੀ ਉਹਨਾਂ ਦਾ ਸੁਧਾਰ 1847 ਦੇ ਵਿੱਚ ਕੀਤਾ ਗਿਆ। ਜਿੱਦਾਂ ਕਿ ਇਸ ਕਿਸਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਬਲਾਸਟ ਹੈਗੇ ਨੇ ਉਹ ਬਿਲਕੁਲ ਨਹੀਂ ਲੱਗਦੇ। ਤਾਂ ਕਿਸਾਨ ਵੀਰੋ ਆਓ ਗੱਲਬਾਤ ਕਰਦੇ ਹਾਂ ਇਸ ਕਿਸਮ ਦੀ ਕਿ ਇਹ ਕਿਸਮ ਕਿੰਨੇ ਦਿਨਾਂ ਦੀ ਹੈ ਔਰ ਕਿੰਨਾ ਇਹਦਾ ਝਾੜ ਹੈ। ਕਿਸਾਨ ਵੀਰੋ ਪੱਕਣ ਦਾ ਸਮਾਂ ਇਸ ਕਿਸਮ ਦਾ 100 ਦਿਨ ਹੈ ਪਨੀਰੀ ਤੋਂ ਬਿਨਾਂ, ਔਰ ਇਸ ਦਾ ਜਿਹੜਾ ਕੱਦ ਹੈ ਉਹ ਕੱਦ ਵੀ 1509 ਨਾਲੋਂ ਥੋੜ੍ਹਾ ਜ਼ਿਆਦਾ ਹੈ। ਸਭ ਤੋਂ ਵੱਡੀ ਖਾਸ ਗੱਲ ਇਸ ਕਿਸਮ ਦੇ ਵਿੱਚ ਇਹ ਹੈ ਕਿ ਇਸ ਕਿਸਮ ਦੇ ਜਿਹੜੇ ਪੱਤੇ ਨੇ ਪੱਕਣ ਸਮੇਂ ਤੱਕ ਬਿਲਕੁਲ ਹਰੇ ਰਹਿੰਦੇ ਨੇ ਔਰ ਦਾਣਾ ਬਿਲਕੁਲ ਪੱਕ ਜਾਂਦਾ ਹੈ, ਔਰ ਦਾਣੇ ਦੀ ਲੰਬਾਈ ਹੈ ਜੋ ਉਹ 1509 ਨਾਲੋਂ ਜ਼ਿਆਦਾ ਹੈ। ਦਾਣੇ ਦੀ ਮੋਟਾਈ ਕਾਫੀ ਵਧੀਆ ਹੈ ਅਤੇ ਮੇਨ ਗੱਲ ਇਸ ਦੇ ਦਾਣੇ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਦੇ ਦਾਣੇ ਦੇ ਵਿੱਚ ਚਾਕੀ ਨਹੀਂ ਹੈ, ਜਿਹਨੂੰ ਕਿ ਆਪਾਂ ਦੂਧੀਆਪਨ ਕਹਿੰਦੇ ਹਾਂ। ਕਿਸਾਨ ਵੀਰੋ ਕੀ ਹੁੰਦਾ ਜਦੋਂ ਸੈਲਰਾਂ ਦੇ ਵਿੱਚ ਮਿੱਲਾਂ ਦੇ ਵਿੱਚ 1509 ਜਾਂਦਾ ਸੀ ਤਾਂ ਉੱਥੇ ਇਸ ਨੂੰ ਇਸ ਲਈ ਨਹੀਂ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਕਿ ਇਸ ਦੇ ਵਿੱਚ ਟੋਟਾ ਬਹੁਤ ਜ਼ਿਆਦਾ ਆਉਂਦਾ ਸੀ। ਮਿੱਲਰ ਦੀਆਂ ਮਸ਼ੀਨਾਂ ਦੇ ਵਿੱਚ ਜਦੋਂ ਚਾਵਲ ਕੱਢਿਆ ਜਾਂਦਾ ਸੀ ਤਾਂ ਉੱਥੇ ਟੁਕੜਾ ਬਣਦਾ ਸੀ, ਤਾਂ ਇਸ ਕਿਸਮ ਨੂੰ ਫਿਰ ਜ਼ਿਆਦਾ ਮਹਿੰਗੇ ਰੇਟਾਂ 'ਚ ਨਹੀਂ ਲਿਆ ਜਾਂਦਾ ਸੀ। ਤਾਂ 1847 ਦੇ ਵਿੱਚ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਕਿਉਂਕਿ ਇਸ ਦੇ ਵਿੱਚ ਚਾਕੀ ਬਿਲਕੁਲ ਨਹੀਂ ਹੈ। ਚਾਵਲ ਇਸ ਦਾ ਟੁੱਟਦਾ ਨਹੀਂ, ਜਿਸ ਕਾਰਨ ਇਸ ਚਾਵਲ ਦੀ ਵਧੀਆ ਸਫਾਈ ਨਾਲ ਇਸ ਨੂੰ ਕੱਢਿਆ ਜਾਂਦਾ ਹੈ। ਕਿਸਾਨ ਵੀਰੋ ਝਾੜ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਇੱਥੇ ਤੁਹਾਨੂੰ ਦਿਖਾਣਾ ਇਹ ਇੱਕ ਫੋਟੋ। ਇਸ ਦੇ ਵਿੱਚ ਤੁਸੀਂ ਦੇਖੋ 1509 ਦੇ ਵਿੱਚ ਜੋ ਬੱਲੀ ਹੈ ਉਹਦੇ ਵਿੱਚ 110 ਦਾਣੇ ਨੇ, 1692 ਦੀ ਬੱਲੀ ਦੇ ਵਿੱਚ 137 ਦਾਣੇ ਨੇ, ਔਰ 1847 ਦੀ ਬੱਲੀ ਦੇ ਵਿੱਚ 164 ਦਾਣੇ ਨੇ। ਅਤੇ ਅਗਰ ਆਪਾਂ ਦਾਣਿਆਂ ਦੇ ਸਾਈਜ਼ ਦੀ ਗੱਲ ਕਰੀਏ ਤਾਂ ਦੇਖੋ ਇੱਥੇ ਤੁਹਾਨੂੰ ਸਭ ਤੋਂ ਵਧੀਆ ਜਿਹੜੇ ਦਾਣੇ ਲੱਗ ਰਹੇ ਨੇ ਉਹ 1847 ਦੇ ਲੱਗ ਰਹੇ ਨੇ। ਹੁਣ ਫੁਟਾਰ ਦੀ ਗੱਲ ਕਰਦੇ ਹਾਂ ਕਿਸਾਨ ਵੀਰੋ, ਸਭ ਤੋਂ ਜ਼ਿਆਦਾ ਜਿਹੜੀ ਪਹਿਲਾਂ ਫੁਟਾਰ ਦੀ ਗੱਲ ਹੈ 1509 ਦੀ ਫੁਟਾਰ 1692 ਨਾਲੋਂ ਜ਼ਿਆਦਾ ਹੈ, ਔਰ 1509 ਨਾਲੋਂ 1847 ਦੀ ਫੁਟਾਰ ਕਾਫੀ ਜ਼ਿਆਦਾ ਹੈ। ਇਸ ਨੂੰ ਅਗਰ ਆਪਾਂ ਆਪਣੇ ਖੇਤ ਦੇ ਵਿੱਚ ਲਾਉਣਾ ਤਾਂ ਲਗਭਗ 6 ਇੰਚ ਤੋਂ ਜ਼ਿਆਦਾ ਦੂਰੀ 'ਤੇ ਹੀ ਲਾਉਣਾ ਹੈ। 1509 ਜਿੱਦਾਂ ਕਿ ਆਪਾਂ ਜ਼ਿਆਦਾ ਨਜ਼ਦੀਕ ਲਾਉਂਦੇ ਹਾਂ ਉਹ ਉਸ ਤਰ੍ਹਾਂ ਇਸ ਨੂੰ ਜ਼ਿਆਦਾ ਨਜ਼ਦੀਕ ਲਾਉਣ ਦੀ ਕੋਈ ਜ਼ਰੂਰਤ ਨਹੀਂ। ਹੁਣ ਜੇ ਇਸ ਸਾਲ ਦੇ ਡਾਟਾ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਜਿਵੇਂ ਅਸੀਂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਾਂ ਔਰ ਬਹੁਤ ਸਾਰੇ ਸਾਡੇ ਨਾਲ ਕਿਸਾਨ ਜੁੜੇ ਨੇ, ਬਹੁਤ ਸਾਰੇ ਸੀਡ ਪ੍ਰੋਡਿਊਸਰ ਜੁੜੇ ਨੇ, ਬਹੁਤ ਸਾਰੇ ਵਿਗਿਆਨਿਕ ਜੁੜੇ ਨੇ। ਇਸ ਦਾ ਜਿਹੜਾ ਝਾੜ ਇਸ ਵਾਰ ਨੋਟ ਕੀਤਾ ਗਿਆ ਉਹ 28 ਕੁਆਂਟਲ ਤੋਂ ਲੈ ਕੇ 34 ਕੁਆਂਟਲ ਤੱਕ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਸ ਦੀ ਪੈਦਾਵਾਰ ਰਹੀ ਹੈ। ਸਾਡੇ ਆਪਣੇ ਖੇਤਾਂ ਦੇ ਵਿੱਚ ਵੀ 31-32 ਕੁਆਂਟਲ ਤੱਕ ਅਸੀਂ ਬੜੇ ਆਰਾਮ ਨਾਲ ਪੈਦਾਵਾਰ ਇਸ ਦੀ ਲਈ ਹੈ। ਕਿਸਾਨ ਵੀਰੋ ਇਸ ਦਾ ਜਿਹੜਾ ਨਾੜ ਹੈ ਉਹ ਥੋੜ੍ਹਾ ਮੋਟਾ ਹੈ 1509 ਨਾਲੋਂ, ਔਰ ਨਾੜ ਹਮੇਸ਼ਾ ਇਸ ਦਾ ਹਰਾ ਰਹਿੰਦਾ। ਡਿੱਗਣ ਵਾਲੀ ਜਿਹੜੀ ਸਮੱਸਿਆ ਉਹ ਇਸ ਦੇ ਵਿੱਚ 1509 ਦੇ ਨਾਲੋਂ ਬਹੁਤ ਹੀ ਘੱਟ ਹੈ, ਕਿ ਆਪਾਂ ਨਾ ਮਾਤਰ ਹੀ ਕਹਿ ਸਕਦੇ ਹਾਂ। ਜੇਕਰ ਕੁਦਰਤ ਦੀ ਕੋਈ ਮਾਰ ਨਹੀਂ ਪੈਂਦੀ ਤਾਂ 1847 ਆਪਣੇ ਖੇਤ ਦੇ ਵਿੱਚ ਡਿੱਗਦੀ ਬਿਲਕੁਲ ਵੀ ਨਹੀਂ। ਅਸੀਂ ਵੀ ਆਪਣੇ ਖੇਤ ਦੇ ਵਿੱਚ ਟਰਾਇਲ ਕਰਕੇ ਦੇਖਿਆ ਹੈ ਕਿ ਸਾਡੇ ਖੇਤ ਦੇ ਵਿੱਚ ਇਸ ਕਿਸਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਆਈ। 1-2 ਬੂਟੇ ਜੋ ਕਿ ਬਕਾਨੀ ਦੇ ਜ਼ਰੂਰ ਖੇਤ ਦੇ ਵਿੱਚ ਦੇਖਣ ਨੂੰ ਮਿਲੇ ਨੇ। ਉਸ ਤੋਂ ਬਾਅਦ ਖੇਤ ਦੇ ਵਿੱਚ ਸ਼ੀਤ ਬਲਾਸਟ, ਲੀਫ ਬਲਾਈਟ ਔਰ ਨੈਕ ਬਲਾਸਟ ਇਸ ਤਰ੍ਹਾਂ ਦੀਆਂ ਕੋਈ ਵੀ ਬਿਮਾਰੀਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਉੱਲੀ ਆਪਣੇ ਖੇਤ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ। ਪੂਸਾ ਸੰਸਥਾਨ ਦੇ ਵਿਗਿਆਨਿਕ ਡਾਕਟਰ AK ਸਿੰਘ ਜੋ ਕਿ ਪੂਸਾ ਦੇ ਨਿਰਦੇਸ਼ਕ ਨੇ,
ਤਾਂ ਜਦੋਂ 1847 ਦੇ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨਾਲ ਆਪਾਂ ਇੱਕ ਇਹੀ ਸਵਾਲ ਕੀਤਾ ਸੀ ਕਿ 1847 ਦੇ ਵਿੱਚ ਕਿੰਨੀ ਕੁ ਬਿਮਾਰੀ ਆਉਂਦੀ ਹੈ, ਤਾਂ ਉਹਨਾਂ ਨੇ ਪਹਿਲੀ ਗੱਲ ਇਹੀ ਬੋਲੀ ਕਿ ਤੁਸੀਂ ਆਪਣੇ ਖੇਤ ਦੇ ਵਿੱਚ ਚੇਪਾ ਤੇਲਾ ਔਰ ਸੁੰਡੀ ਨੂੰ ਕੰਟਰੋਲ ਰੱਖੋ ਔਰ ਫੰਗੀਸਾਈਡ ਦੀ ਜ਼ਿਆਦਾ ਜ਼ਰੂਰਤ ਇਸ ਕਿਸਮ ਦੇ ਵਿੱਚ ਨਹੀਂ ਹੈ। ਤਾਂ ਕਿਸਾਨ ਵੀਰੋ, ਆਓ ਸੁਣਦੇ ਹਾਂ ਪੂਸਾ ਦੇ ਨਿਰਦੇਸ਼ਕ ਡਾਕਟਰ AK ਸਿੰਘ ਇਸ ਕਿਸਮ ਬਾਰੇ ਕੀ ਕਹਿ ਰਹੇ ਨੇ। जैसा कि आप जानते हैं, पूसा बासमती 1847 किस्म जो है पूसा बासमती 1509 का सुधार करके बनाई गई है। इसमें पत्ती का झोंका और झुलसा रोग नहीं लगता है, बैक्टीरियल ब्लाइट और ब्लास्ट की बीमारी बिल्कुल नहीं लगती है, जो 1509 में आती थी। जी सर। और इसके नियंत्रण के लिए किसान भाइयों को कम से कम 3000 रुपये 1 एकड़ में खर्चा करना पड़ता था। दूसरी खासियत पूसा बासमती 1847 की है कि इसका तना बहुत मजबूत है। और इस बार बहुत सारे किसानों से फ़ोन करके हमने जब संपर्क साधा तो उन्होंने बताया कि भारी बरसात होने के बावजूद भी और लगातार तेज़ हवा चलने के बावजूद भी यह किस्म गिरी नहीं है। तो वो भी काफ़ी अच्छी बात है, क्योंकि कई बार किस्म जब गिर जाती है, ऊपर से पानी भर जाता है, तो उसकी गुणवत्ता चावल की जो है ख़राब हो जाती है। तो इसकी पैदावार भी करीब, जहाँ पे किसानों ने कटाई कर ली है वो लोग बता रहे हैं, करीब 28 कुंटल प्रति एकड़ की पैदावार इसकी मिली है। और मंडी में रेट की बात अगर करें तो करीब 4050 रुपये का रेट कुछ मंडियों में किसानों ने जब इसका सैंपल दिखाया था आड़तियों को, तो इतना रेट उसका बताया गया है। ठीक है सर, हमारा एक पहला सवाल है कि जैसे किसान भाइयों को हमने YouTube पे वीडियो डाला तो बहुत सारे किसान भाइयों ने देखा वो वीडियो, तो उसमें हमने बोला कि अगर आप इसमें एक पैक्सालोन की स्प्रे जब गाभे पे आता है और इसके साथ आप फेम करते हो या कोराजन करते हो सूंडी के लिए, गोब की सूंडी के लिए, और एक ही फंगीसाइड इस पे इस्तेमाल करें तो एक ही फंगीसाइड से ये वैरायटी तैयार होती है, क्योंकि इसके अंदर कोई हमारे खेत में कोई भी बीमारी नहीं आई। ये कितना सच है सर, किसान भाई आपसे जानना चाहेंगे जी। देखिए, जहाँ तक ब्राउन प्लांट हापर यानी कि तेला या चेपा है, हाँ जी, उसके नियंत्रण की बात है, तो उसको तो हमें निश्चित रूप से नियंत्रण करने के लिए समय से दवा का छिड़काव करना पड़ेगा। ठीक है सर। लेकिन जहाँ तक पत्ती के झुलसा रोग के लिए जब हम स्ट्रेप्टोसाइक्लिन का प्रयोग करते हैं, हाँ जी, और झोंका रोग या ब्लास्ट की बीमारी आती है, उसके लिए टीबीकोनाजोल है, प्रोपिकोनाजोल है, हेक्साकोनाजोन है, पहले ट्राईसाइक्लाजोल का प्रयोग किया जाता था, या नेटिवो का प्रयोग है। हाँ जी, हाँ जी। तो ब्लास्ट चूँकि इसमें नहीं आता है, इसलिए ब्लास्ट के लिए हमें कोई इसमें दवा डालने की ज़रूरत नहीं है। ग्रेन डिस्कलरेशन को थोड़ा सा बचाना है अगर, तो उसमें कहीं आप थोड़ा बहुत फंजीसाइड का प्रयोग कर सकते हैं, लेकिन ब्लास्ट की बीमारी इसमें बिल्कुल नहीं आती है, तो उसके लिए फंजीसाइड का प्रयोग करने की आवश्यकता नहीं है। ਇਸ ਤੋਂ ਬਾਅਦ ਆਪਣੇ ਖੇਤ ਦੇ ਵਿੱਚ ਕਈ ਪੈਸਟੀਸਾਈਡ ਕੰਪਨੀਆਂ ਦੇ ਡਾਕਟਰ ਵੀ ਆਪਣੇ ਖੇਤ ਦੇ ਵਿੱਚ ਇਸ ਕਿਸਮ ਨੂੰ ਦੇਖ ਕੇ ਗਏ, ਤਾਂ ਉਹਨਾਂ ਦੇ ਵੀ ਬਹੁਤ ਸੋਹਣੇ ਰੁਝਾਨ ਸੀ ਕਿ ਇਸ ਕਿਸਮ ਨੂੰ ਆਪਾਂ ਕਿਸਾਨ ਦੀ ਇੱਕ ਲਾਈਫ ਨੂੰ ਖੁਸ਼ਹਾਲ ਬਣਾ ਸਕਦੇ ਹਾਂ ਇਸ ਕਿਸਮ ਨੂੰ ਲੈ ਕੇ। ਤੇ ਆਪਣੇ ਖੇਤ ਦੇ ਵਿੱਚ UP ਤੋਂ, ਝਾਂਸੀ ਤੋਂ ਐਗਰੀਕਲਚਰ ਡਿਪਾਰਟਮੈਂਟ ਦੇ ਕੁਝ ਡਾਕਟਰ ਵੀ ਪਹੁੰਚੇ ਸੀ, ਤਾਂ आओ सुनते हैं ਉਹਨਾਂ ਦਾ ਇਸ ਕਿਸਮ ਬਾਰੇ ਕੀ ਕਹਿਣਾ ਸੀ। जो 1847 जो ये किस्म पूसा ने निकाली है, मैं इससे बहुत संतुष्ट हूँ। इसमें क्या है, एक तो सबसे अच्छी समस्या इसमें ये है कि गिरती नहीं है। हाँ जी, तना इसका बहुत मजबूत है। आप समझ, इस बार हर जगह ऑल इंडिया में बारिश हुई है, लेकिन आप इसमें पूरे खेत में, मैंने विजिट किया है, पूरे खेत में आप देख लीजिए, कहीं भी एक दाना इसका गिरा नहीं है। ठीक है, कहीं भी नहीं गिरा है। तो हम तो किसान भाइयों को यही सलाह देंगे, यही उनसे रिक्वेस्ट करेंगे कि आप अगली बार जहाँ पूसा 1509 लगाते हैं, उसकी जगह पे आप ये 1847 लगाएं। इसमें किसान को उसका 1.5% मुनाफा बढ़ जाएगा सीधा। जो उसमें से वो ले रहा है 1509 से, उससे ये 1.5% अधिक मुनाफा देगी। सर, मैं एक बात पूछना चाहता हूँ आपसे, मैं हिंदी में, वैसे तो हम मेरी वीडियो जो पंजाब के किसान हमारे देखते हैं, तो चलो हिंदी में वो समझ लेंगे, लेकिन अगर बात करें मंडीकरण की, तो जैसे हमारा जो 1509 है वो एक्सपोर्ट होता है बाहर की कंट्रियों में, उसका जो दाम है वो बहुत कम मिलता है। आपको इसका दाना देखकर
क्या लग रहा है कि यूरोपियन कंट्रियां इस वैरायटी को, इस चावल को खरीदना पसंद करेंगी? इसलिए करेंगे क्योंकि जब ये दाना प्रोसेस के लिए जाता है 1509 का, बिल्कुल। तो उसका दाना लगता तो बिल्कुल सेम ही है, लेकिन उसका दाना प्रोसेस में जाने के बाद टूटता है, उसके अंदर चाकी है। हाँ, वो टूटता है। इसका दाना जब प्रोसेस के लिए जाता है, क्योंकि जब बाहर फॉरेन में माल जाता है तो इसकी कोई वो नहीं रहती, ये बासमती में ही जाता है पूरा, चाहे 16 में हो, 17-18 हो, ये सब बासमती में जाते हैं। तो इसका प्रोसेसिंग के बाद इसका चावल नहीं टूटता है। ठीक है। वही इसकी जो 1509 का मार्केट रेट है, ये उससे अधिक मिलेगा इसको, क्योंकि इसका चावल नहीं टूटता है। ये इसमें किसान भाइयों, मैं ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵੀਰੋ ਕਿ ਜਿਹੜਾ ਆਪਣੇ ਬਾਸਮਤੀ ਹੈਗੇ ਨੇ ਪਹਿਲੇ, ਜਿਵੇਂ 17-18, 1401 ਹੈ, 1509 ਹੈ ਜਾਂ 1121 ਹੈ, ਉਹਨਾਂ ਵਿੱਚ ਜਿਹੜੀ ਟ੍ਰਾਈਸਾਈਕਲਾਜ਼ੋਲ ਦੀ ਮਾਤਰਾ ਜਾਂ ਕਿਸੇ ਹੋਰ ਫੰਗੀਸਾਈਡ ਦੀ ਮਾਤਰਾ, ਉਹਨਾਂ ਨੇ ਯੂਨੀਅਨ ਕੰਟਰੀ ਜਿਹੜੀ ਹੈਗੇ ਨੇ, ਉਹਨਾਂ ਨੇ ਇਸ ਦੀ ਜਿਹੜੀ ਵਿੱਚ ਮਾਤਰਾ ਹੈ ਉਹ ਰੱਖੀ ਹੈ 0.01 ppm ਕਿ ਨਾ ਮਾਤਰਾ। ਇਸ ਦੇ ਵਿੱਚ ਟ੍ਰਾਈਸਾਈਕਲਾਜ਼ੋਲ ਜਾਂ ਕਿਸੇ ਹੋਰ ਫੰਗੀਸਾਈਡ ਦਾ ਥੋੜ੍ਹਾ ਜਿਹਾ ਵੀ, ਕੋਈ ਵੀ ਕਿਸੇ ਤਰ੍ਹਾਂ ਦਾ ਵਿੱਚ ਦਵਾਈ ਦਾ ਅਸਰ ਨਹੀਂ ਹੋਣਾ ਚਾਹੀਦਾ। ਤਾਂ ਇਸ ਦੇ ਵਿੱਚ ਜਿਹੜੀ ਆਪਾਂ ਦਵਾਈ ਹੈ ਕਿਸਾਨ ਵੀਰੋ, ਕਿਸੇ ਵੀ ਤਰ੍ਹਾਂ ਦਾ ਆਪਾਂ ਫੰਗੀਸਾਈਡ ਨਾ ਇਸਤੇਮਾਲ ਕਰੀਏ ਤਾਂ ਵੀ ਇਸ ਦੇ ਵਿੱਚ ਜਿਹੜੀ ਬਿਮਾਰੀ ਨਹੀਂ ਆਉਂਦੀ। ਤੇ डॉक्टर साहब तुसी दसो भी सर, आप बताएं कि जैसे मान लो इसके अंदर कोई फंगीसाइड नहीं करेंगे तो इसका रेट किसानों को ज़्यादा मिलेगा या नहीं मिलेगा? आपको पहले तो हम एक बात बताएंगे, जो फंगीसाइड ट्राइसाइक्लाजोल है इसको गवर्नमेंट ने टोटल बैन कर दिया। बिल्कुल जी। आगे ये फॉरेन में ये इसलिए बैन किया है क्योंकि ये जब फॉरेन कंट्री जब इनका टेस्ट होता है तो उसमें ये फंगीसाइड, ये जो कीटनाशक आते हैं, इसको उन्होंने बैन कर दिया क्योंकि ये खतरनाक है स्वास्थ्य के लिए। हाँ जी। जब अपन इसमें इस वैरायटी में अपन कोई फंगीसाइड कर ही नहीं रहे हैं तो इसका तो बाजी पे इसका दाम तो मिलेगा ही किसानों को। बिल्कुल सही। ये इसलिए, और मैं किसान भाइयों से कहूंगा कि इसको लगाएं क्योंकि इसमें आपको कोई फंगीसाइड नहीं डालना है। हाँ जी। अगर आपका फंगीसाइड नहीं डलेगा तो इस फॉरेन कंट्री में इस वैरायटी की डिमांड अधिक रहेगी। बिल्कुल, क्योंकि अपना ये 17-18 है या 11-21 है और वैरायटियां हैं, इनमें अपन को फंगीसाइड डालना ही पड़ता है। बिल्कुल जी। तो वो वहाँ जाके ये फेल हो जाती हैं वैरायटी। बिल्कुल जी। ये फेल वैरायटी नहीं होगी, ये पास होगी। तो हम तो किसान भाइयों से यही रिक्वेस्ट करेंगे कि आप अधिक से अधिक यही वैरायटी लगाएं। ठीक है जी, बहुत बहुत धन्यवाद सर। धन्यवाद। ਜਿਵੇਂ ਕਿ ਕਿਸਾਨ ਵੀਰੋ, ਤੁਸੀਂ ਹੁਣ ਸੁਣਿਆ ਹੈ ਕਿ ਡਾਕਟਰ ਇਸ ਕਿਸਮ ਦੇ ਬਾਰੇ ਕੀ ਕਹਿ ਰਹੇ ਨੇ ਕਿ ਕਿੰਨੀ ਕੁ ਇਹ ਕਿਸਮ ਵਧੀਆ। ਹੁਣ ਇੱਥੇ ਗੱਲ ਆ ਜਾਂਦੀ ਹੈ, ਕਿਸਾਨਾਂ ਦੇ ਮਨ 'ਚ ਇੱਕ ਸਵਾਲ ਰਹੇਗਾ ਕਿ ਮੰਡੀਕਰਨ ਦੇ ਵਿੱਚ ਇਸ ਦਾ ਰੇਟ ਕੀ ਰਹੇਗਾ। ਕਿਸਾਨ ਵੀਰੋ, ਕਦੇ ਵੀ ਕੋਈ ਵੈਰਾਈਟੀ ਨਵੀਂ ਆਉਂਦੀ ਹੈ ਤਾਂ ਉਸ ਦਾ ਰੇਟ ਪਹਿਲੇ ਸਾਲ ਮੰਡੀ ਦੇ ਵਿੱਚ ਉਹ ਪ੍ਰੋਪਰ ਰੇਟ ਨਹੀਂ ਮਿਲਦਾ ਜੋ ਉਸ ਦੇ ਵਿੱਚ ਗੁਣਵੱਤਾ ਹੁੰਦੀ ਹੈ, ਕਿਉਂਕਿ 1847 ਦੇ ਚਾਵਲ ਦੀ ਜੋ ਕੁਆਲਿਟੀ ਹੈ ਔਰ ਚਾਵਲ ਦੇ ਵਿੱਚ ਜੋ ਖੁਸ਼ਬੂ ਹੈ, ਉਸ ਦੇ ਮੁਤਾਬਿਕ ਵਿਗਿਆਨਿਕ ਇਸ ਕਿਸਮ ਤੋਂ ਬਹੁਤ ਆਸ ਲਾ ਕੇ ਬੈਠੇ ਨੇ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਇਹ ਕਿਸਾਨਾਂ ਲਈ ਬਹੁਤ ਹੀ ਚੰਗਾ ਸਾਬਿਤ ਹੋਵੇਗੀ। ਇਹ ਕਿਸਮ ਵਿਗਿਆਨਿਕਾਂ ਨੇ ਇਸ ਕਿਸਮ 'ਤੇ ਬੜੀ ਆਸ ਲਾ ਰੱਖੀ ਹੈ ਕਿ ਮੰਡੀਕਰਨ ਦੇ ਵਿੱਚ ਇਹ ਚੰਗੇ ਰੇਟਾਂ 'ਤੇ ਵਿਕਣ ਵਾਲੀ ਕਿਸਮ ਆਉਣ ਵਾਲੇ ਸਮੇਂ 'ਚ ਹੋਵੇਗੀ। ਆਓ ਜਾਣਦੇ ਹਾਂ ਕਿ ਤੁਹਾਨੂੰ ਇਸ ਦਾ ਬੀਜ ਕਿੱਥੋਂ ਮਿਲੇਗਾ। ਕਿਸਾਨ ਵੀਰੋ, ਇਸ ਦਾ ਬੀਜ ਖਰੀਦਣ ਲਈ ਤੁਸੀਂ ਸਾਡੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਪਿੰਡ ਨੰਗਲ ਟਾਣੀ, ਤਹਿਸੀਲ ਰਤੀਆ, ਜ਼ਿਲ੍ਹਾ ਫਤਿਆਬਾਦ, ਹਰਿਆਣੇ ਦੇ ਵਾਸੀ ਹਾਂ ਅਸੀਂ। ਤੁਹਾਨੂੰ ਜੋ ਵੀ ਬੀਜ ਸਾਡੇ ਕੋਲੋਂ ਮਿਲੇਗਾ ਉਹ 100 ਦੀ 100% ਪਿਓਰ ਬੀਜ ਹੀ ਮਿਲੇਗਾ। ਅਗਰ ਤੁਸੀਂ 1847 ਮੰਗਦੇ ਹੋ ਤਾਂ 1847 ਹੀ ਮਿਲੇਗਾ। ਇਹ ਨਹੀਂ ਹੋਵੇਗਾ ਕਿ ਕਿਸਾਨ ਵੀਰਾਂ ਨਾਲ ਅਸੀਂ ਧੋਖਾ ਕਰੀਏ, ਕਿਉਂਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਅਸੀਂ ਉਹ ਕਿਸਾਨ ਆ ਜਿਨ੍ਹਾਂ ਨੇ ਬੀਜ ਫੈਕਟਰੀ ਬਣਾਈ ਹੈ, ਕਰਦੇ ਕਿਸਾਨੀ ਆ ਔਰ ਵੇਚਦੇ ਅਸੀਂ ਬੀਜ ਆ। ਇਹ ਤੁਸੀਂ ਸਾਡੇ ਬਾਰੇ ਕਿਤੋਂ ਵੀ ਪਤਾ ਕਰ ਸਕਦੇ ਹੋ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਕਿਸਾਨ ਜੁੜੇ ਨੇ। ਉਹਨਾਂ ਨੂੰ ਪਤਾ ਕਿ ਅਸੀਂ ਕਿੱਦਾਂ ਦੇ ਬੰਦੇ ਆ ਔਰ ਕਿੱਦਾਂ ਦਾ ਬੀਜ ਵੇਚਦੇ ਆ। ਜੋ ਗੱਲ ਕਹਿਤੀ ਉਹ ਕਰਤੀ। ਤਾਂ ਕਿਸਾਨ ਵੀਰੋ, ਇਸ ਦੇ ਬੀਜ ਦਾ ਜੋ ਰੇਟ ਹੈ ਉਹ 130 ਰੁਪਏ ਕਿਲੋ ਹੈ। ਅਗਰ ਕੋਈ ਕਿਸਾਨ ਵੀਰ ਦੂਰ ਤੋਂ ਹੈ, ਅਗਰ ਉਹ ਇੱਥੇ ਆ ਨਹੀਂ ਪਾਉਂਦਾ, ਅਗਰ ਉਸਨੇ ਬੀਜ ਮੰਗਵਾਉਣਾ ਤਾਂ 50 ਕਿਲੋ ਦੀ ਮਾਤਰਾ ਤੱਕ ਅਗਰ ਉਸਨੂੰ ਬੀਜ ਚਾਹੀਦਾ ਹੈ ਤਾਂ ਆਪਾਂ ਟਰਾਂਸਪੋਰਟ ਕਰਵਾ ਦਿੰਦੇ ਹਾਂ। ਠੀਕ ਹੈ ਕਿਸਾਨ ਵੀਰੋ, ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।